ਸਾਰੀ ਪ੍ਰੈਸ ਦਾ ਅੱਜ ਪਹਿਲਾ ਸਵਾਗਤ। ਤੁਸੀਂ ਸਾਡੇ ਕੋਲ ਆਏ ਹੋ, ਪਰ ਅਸੀਂ ਸਭ ਤੋਂ ਪਹਿਲਾਂ ਪ੍ਰੈਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦੇ ਹਾਂ। ਜਿਹੜਾ ਇੱਥੇ ਪ੍ਰੈਸ ਵਾਲਿਆਂ ਨਾਲ ਕੋਈ ਬਦਸਲੂਕੀ ਹੋਈ ਆ, ਅਸੀਂ ਪ੍ਰੈਸ ਦੇ ਵਿੱਚ ਵੀ ਸਾਰੇ ਜਥੇਬੰਦੀਆਂ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਵੀ ਜਿਹਨੇ ਵੀ ਉਹ ਗਲਤੀ ਕੀਤੀ ਉਹਦੀ ਨਿੰਦਾ ਕਰਦੇ ਹਾਂ, ਤੇ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ। ਇਹਦਾ ਅਸੀਂ ਪ੍ਰਬੰਧ ਕਰਕੇ ਰੱਖਾਂਗੇ ਪੂਰੇ ਇਕੱਠ ਦੇ ਵਿੱਚ ਵੀ ਕਿਸੇ ਵੀ ਪ੍ਰੈਸ ਦੇ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਦੇਸ਼ ਵਿਦੇਸ਼ ਤੱਕ ਪਹੁੰਚਾਇਆ, ਸਾਡੀਆਂ ਗੱਲਾਂ ਤੱਕ ਲੈ ਕੇ ਗਏ ਤੇ ਸਾਥ ਸਾਡਾ ਸੰਘਰਸ਼ ਨੂੰ ਪੂਰਾ ਦਿੱਤਾ, ਉਹਨਾਂ ਦਾ ਰਾਖੀ ਕਰਨੀ ਸਾਡਾ ਫਰਜ਼ ਬਣਦਾ। ਤੇ ਜਿਹਨੇ ਵੀ ਇਹ ਸ਼ਰਾਰਤ ਕੀਤੀ ਆ ਉਹਦੀ ਬਹੁਤ ਅਸੀਂ ਨਿੰਦਾ ਕਰਦੇ ਹਾਂ। ਦੂਜਾ, ਜਿਹੜਾ ਅੱਜ ਫੈਸਲੇ ਮੀਟਿੰਗ 'ਚ ਹੋਏ ਨੇ ਉਹਨਾਂ ਬਾਰੇ ਅਸੀਂ ਦੱਸ ਰਹੇ ਹਾਂ, ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ ਜਵਾਬ ਹੋਣਗੇ ਉਹ ਸਾਡੇ ਸਾਥੀ ਤੇ ਮੈਂ ਹਰਮੀਤ ਸਿੰਘ BKU ਕਾਦੀਆਂ ਪ੍ਰੈਜ਼ੀਡੈਂਟ, ਮੈਂ ਅਸੀਂ ਸਾਰੇ ਤੁਹਾਨੂੰ ਜਵਾਬ ਦੇਵਾਂਗੇ। 13 ਜਨਵਰੀ ਨੂੰ ਸਾਰੇ ਲੋਹੜੀ ਮਨਾਵਾਂਗੇ ਤੇ 3 ਕਾਨੂੰਨ ਵਿੱਚ ਜਾਲ ਕੇ ਮਨਾਵਾਂਗੇ ਵੀ ਜਿੱਥੇ ਕਾਨੂੰਨ ਵਾਪਸ ਕੀਤੇ ਗਏ ਤਾਂ 3 ਜਨੂਨ ਅਸੀਂ ਲੋਹੜੀ ਤੌਰ ਤੇ ਉਹਨੂੰ ਬਦੀ ਦੀ ਗੱਲ ਦੇਖ ਕੇ ਉਹਨੂੰ ਜਾਲ ਕੇ ਸਾਰੇ ਪੂਰੇ ਭਾਰਤ 'ਚ ਮਨਾਏ ਜਾਣਗੇ। 6 ਤੋਂ ਲੈ ਕੇ 20 ਤੱਕ ਪੰਦਰਵਾੜਾ ਮਨਾਇਆ ਜਾਊਗਾ ਸੰਘਰਸ਼ ਕਿਸਾਨੀ ਸੰਘਰਸ਼ ਦਾ। ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਰੂਪ ਦੇ ਵਿੱਚ ਰੈਲੀ ਜਾਂ ਮੰਗ ਪੱਤਰ ਜਾਂ ਧਰਨੇ ਜਾਂ ਉਹਦਾ ਕੋਈ ਵੀ ਤਰ੍ਹਾਂ ਦਾ ਵਿਰੋਧ ਕਰਨਾ ਵੀ ਕਾਲੇ ਕਾਨੂੰਨ ਨੂੰ ਮਾਫ ਕੀਤਾ ਜਾਵੇ, ਭਲਾ ਬੋਰਡ ਲੱਗੇ ਹੁਣ ਭਲਾ ਚੌਂਕ 'ਚ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਦੇ ਰੂਪ ਦੇ ਵਿੱਚ ਉਹ ਸਾਰਾ 15ਵਾਂ ਦਿਹਾੜਾ ਅਸੀਂ ਕਿਸਾਨੀ ਦੇ ਨਾਂ ਤੇ ਪੂਰੇ ਦੇਸ਼ 'ਚ ਮਨਾਇਆ ਜਾਊਗਾ। 18 ਤਰੀਕ ਸਾਰੇ ਦੇਸ਼ ਦੇ ਵਿੱਚ ਔਰਤ ਕਿਸਾਨ ਦਿਵਸ ਦੇ ਤੌਰ ਤੇ ਅਸੀਂ ਮਨਾਵਾਂਗੇ, ਇੱਥੋਂ ਸਟੇਜ ਤੋਂ ਵੀ ਮਨਾਵਾਂਗੇ ਤੇ ਬਾਕੀ ਸਾਰੇ ਦੇਸ਼ 'ਚ ਜਿੱਥੇ ਜਿੱਥੇ ਸਾਡੇ ਕਿਸਾਨ ਵੀਰ ਮਨਾਉਣਗੇ ਉਹ ਪੂਰੇ ਦੇਸ਼ 'ਚ ਮਨਾਇਆ ਜਾਊਗਾ। 23 ਤਰੀਕ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਇਆ ਜਾਊਗਾ। ਇਸ ਤੋਂ ਇਲਾਵਾ ਜਿਹੜੇ ਅਸੀਂ ਨਿੰਦਾ ਕਰਦੇ ਹਾਂ, ਅੱਜ ਜਿਹੜੇ ਸੰਗਰੂਰ ਦੇ ਵਿੱਚ ਲਾਠੀਚਾਰਜ ਸਾਡੇ ਵਰਕਰਾਂ ਦੇ ਕੀਤਾ ਗਿਆ ਤੇ ਕਾਫੀ ਸੱਟਾਂ ਵੀ ਲੱਗੀਆਂ, ਤੇ ਜਿਹੜੀ ਸਰਕਾਰ ਨੇ ਉਹਨਾਂ ਦੀ ਇਸ ਹਾਲਤ 'ਚ ਕੀਤੀ ਹੈ ਤੇ ਕਿ ਹਸਪਤਾਲ ਵੀ ਗਏ ਨੇ ਤੇ ਸੱਟਾਂ ਕਾਫੀ ਸੀਰੀਅਸ ਵੀ ਨੇ। ਅਸੀਂ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਤੇ ਜਿਹੜੇ BJP ਦੇ ਵਰਕਰ ਉੱਥੇ ਮੀਟਿੰਗਾਂ ਰੈਲੀਆਂ ਕਰਨ ਜਾਂਦੇ ਆ, ਸਾਡਾ ਘਰਾਓ ਦਾ ਅੱਜ ਦਾ ਨਹੀਂ ਪਿਛਲੇ 97 ਦਿਨ ਦਾ ਪ੍ਰੋਗਰਾਮ ਬਣਿਆ ਹੋਇਆ ਵੀ ਜਿੱਥੇ ਵੀ BJP ਜਾ ਕੇ ਆਪਣੀ ਕੋਈ ਮੀਟਿੰਗ ਜਾਂ ਰੈਲੀ ਕਰੂਗੀ ਉਹਦਾ ਅਸੀਂ ਵਿਰੋਧ ਕਰਾਂਗੇ ਜਦ ਤੱਕ ਇਹ ਕਾਲੇ ਕਾਨੂੰਨ ਨਹੀਂ ਵਾਪਸ ਲਿੱਤੇ ਜਾਂਦੇ। ਉਹਦੇ ਮਾਤਮੀ ਹੋ ਗਏ, ਕਿਸਾਨ ਵੀਰ ਗਏ ਸੀ ਤੇ ਮੁੜੋਂ ਲਾਠੀਚਾਰਜ ਕੀਤੇ ਗਏ। ਸੰਗਰੂਰ 'ਚ ਨਿੰਦਾ ਕਰਦੇ ਆ। ਹੁਸ਼ਿਆਰਪੁਰ ਦੇ ਵਿੱਚ ਇੱਕ BJP ਦੇ ਨਿੰਦਾ ਕਰਨ ਦੇ ਤੌਰ ਤੇ ਇੱਕ ਗੋਹੇ ਟਾਈ ਲਾਈ ਗਈ ਸੀ, ਉਹ ਵੀਰ ਦੇ ਉਲਟ 307 ਦਾ ਪਰਚਾ ਪਾਇਆ ਗਿਆ। ਜਿਹੜੀ ਅਸੀਂ ਇੱਥੋਂ ਫੈਸਲਾ ਕੀਤਾ ਵੀ ਉਹਦਾ ਨਿੰਦਾ ਕਰਦੇ ਆ ਵੀ ਇੱਕ ਤੇ ਗੋਹਾ ਸਿੱਟਣ ਤੇ 307 ਦੇ ਪਰਚੇ ਪਾਉਣੇ, ਨਜਾਇਜ਼ ਪਰਚੇ ਪਾਉਣੇ ਬਹੁਤ ਗਲਤ ਨੇ। ਤੇ BJP ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਵੇਂ ਵਿਰੋਧ ਚੱਲ ਰਿਹਾ, ਸਾਰੇ ਲੀਡਰਾਂ ਦਾ ਵਿਰੋਧ ਜਾਰੀ ਰਹੂਗਾ। ਕੱਲ ਦੀ ਮੀਟਿੰਗ ਤੇ ਸਾਡੀ ਗੌਰ ਆ ਵੀ ਸਰਕਾਰ ਕਿਹੜੇ ਹਿਸਾਬ ਨਾਲ ਲੈਂਦੀ ਆ, ਉਹਦੀ ਅੱਜ ਅਸੀਂ ਬੁਲਾਰੇ ਨਿਯੁਕਤ ਕਰ ਚੁੱਕੇ ਆ ਤੇ ਸਾਡੀ ਸਾਰੀ ਤਿਆਰੀ ਆ। ਆਪ ਦੇ ਜਿਹੜੇ 3 ਕਾਨੂੰਨ ਤੇ MSP ਨੂੰ ਨਵਾਂ ਕਾਨੂੰਨ ਬਣਾਉਣਾ, ਇਹ 2 ਮੁੱਦੇ ਆਪਣੇ ਮੇਨ ਉੱਥੇ ਰਹਿ ਗਏ ਆ ਵੀ 3 ਕਾਨੂੰਨਾਂ ਨੂੰ ਵਾਪਸ ਲੈਣਾ ਤੇ ਕਿਵੇਂ ਲਿੱਤਾ ਜਾਊਗਾ ਤੇ ਜਾਂ MSP ਦੇ ਉੱਤੇ ਕਾਨੂੰਨ ਕਿਵੇਂ ਬਣਾਏ ਜਾਣਗੇ। ਤੇ ਬਾਕੀ ਹੁਣ ਤੁਸੀਂ ਕੁਐਸਚਨਿੰਗ ਕਰ ਸਕਦੇ ਹੋ, ਤੁਹਾਡੇ ਕੋਲ ਕੁਐਸਚਨਿੰਗ ਹੋਵੇ। मैं आपको बताना चाहता हूं, थोड़ा हिंदी में बोल देते हैं जो हिंदी चैनल वाले हैं और पूरे राष्ट्र में जाना चाहिए। 13 तारीख को जो कृषि कानून है उनकी कापियां जलाकर लोहड़ी का जो त्योहार है उसको मनाया जाएगा, और 6 से 20 तारीख तक अलग अलग तरीके से जैसे भी लोग चाहें पूरे भारत में वो किसानों के पक्ष में, इस आंदोलन के पक्ष में धरना करें, मार्च करें, ट्रैक्टर से फ्लैक्स लगाएं। ये पंदरवाड़ा जो मनाया जाएगा तो ये 6 से 20 तक होगा। उसके अलावा 23 तारीख को जो सुभाष चंद्र जी का दिवस आ रहा है उस दिन किसान दिवस मनाया जाएगा। पहले आजाद हिंद के नाम पे मनाया जाता था और अब आजाद हिंद किसान दिवस के नाम पे मनाया जाएगा। और उसके अलावा जो आज लाठीचार्ज किया है संगरूर में, एक BJP के नेता का घेराव करने गए थे कुछ किसान, उन पे लाठीचार्ज किया पंजाब सरकार ने, उसकी सख्त निंदा करते हैं। और आपके जरिए हम उनको जो पंजाब सरकार है उसको अवगत कराते हैं कि अगर
आपने ये लाठीचार्ज ना बंद किया, जो ज्यादतियां ना बंद की, तो वहां भी मोर्चे उनके खिलाफ खुलेंगे। उनको चेतावनी देते हैं आपके जरिए से। इसी तरह होशियारपुर में जो तीक्ष्ण सूद वहां से साबका कैबिनेट मिनिस्टर हैं, उन्होंने निंदा की थी किसानों की और बोला था कि दिल्ली में पिकनिक मनाने गए हैं, तो लड़कों को उकसाया था। तो उन लड़कों ने वहां जाके गोबर की ट्रॉली उतार दी उनके गेट के आगे। तो देखिए कितना ये सरकारें हो, चाहे कांग्रेस की सरकार हो चाहे वो बीजेपी की सरकार हो, तो किसान के साथ कैसे करते हैं। ये कह सकते हैं कि लोकतंत्र को खत्म कर रहे हैं, संविधानिक तौर पे गलत कर रहे हैं। तो उनके ऊपर 452 का पर्चा और 307 का पर्चा, ये दोनों ही पर्चे तब होते हैं अगर कोई फौजदारी हो, तो कोई झगड़ा हो। तो ये क्रिमिनल एक्ट है। उन्होंने कोई क्राइम नहीं किया, केवल गोबर की ट्रॉली दी है और वो गोबर की ट्रॉली के नाम पर उनके ऊपर पर्चे किए गए। और हम आपके माध्यम से यह भी बताएंगे, कल वहां बड़ी संख्या में जो आसपास के संगठन है, वो उनके जो सेक्रेटरीट है, जो हेडक्वार्टर है, वहां धरना कर रहे हैं और सरकार को चेतावनी दे रहे हैं कि इन सभी पर्चों को कैंसिल करें। और जो भद्दी शब्दावली उन्होंने इस्तेमाल किया है, जो साबका कैबिनेट मिनिस्टर तीक्ष्ण सूद है, वो मीडिया में भी है, उनके ऊपर पर्चा किया जाए, क्योंकि बहुत भद्दी शब्दावली उन्होंने वहां बोली है। तो ये सारी बातें आपको मैं अपने माध्यम से बताना चाहता था। और उसके आगे मैं अपने साथी बोलूंगा, हर्षलिंदर जी बोलेंगे कुछ। मैं हरसिंਦਰ ਸਿੰਘ ਦੁਆਬਾ किसान संघर्ष कमेटी प्रधान यही कहना चाहना कि ਜਿਹੜੇ किसानों ते पर्चे नजायज कर रहे आ, ਉਹਦੇ ਬਾਜ आ जाए सरकार, पंजाब सरकार, सेंटर सरकार। जेकर इस तरह करती रही तो वो फिर ਤੁਹਾਡੀ कंट्रोल तो बाहर हो जू काम। उसनों इस गल ते बहुत सख्त ध्यान देना चाहिए सरकार नूं, पंजाब सरकार नूं, कि बिल्कुल नजायज पर्चे कट्टे गए आ। एक ढेर गोहे का एक ट्राली लाउण दे नाल किसी का कतल नहीं हो गया, जिहड़ा कि 307 का पर्चा कट्टिया गया। इस करके जिहड़ा लाठीचार्ज संगरूर च किया गया, इदां दे काम करन तो बाज आ जाए। संगत बहुत दुनिया मतलब परेशान है। किसान इन्ने चिरां तो 3 महीने हो गए आ संघर्ष लड़दे नूं, पंजाब वालियां नूं, बाकी नाल लगदे होए अपने इत्थों 1.25 महीना इत्थे भी हो गया बैठियां नूं दिल्ली। इस करके कि इदां दे काम सरकारां ना करन, लाठीचार्ज ना करन, शांतमई रखन, इन्ना कुछ कहंदा होया। बाकी मेरे भाई साहब, मैं अब हरपाल सिंह संघा जी को बोलूंगा कि वो संबोधन करें। प्रधान जी ने बहुत कुछ बता दिया। मैं आजाद किसान कमेटी दुआबा की ओर से हरपाल सिंह संघा बोल रहा हूँ। प्रधान जी ने और साडे राय साहब ने बहुत कुछ बता दिया। आज एक और खबर आ रही है कि यूपी में जो शाहजहांपुर से किसान नाका तोड़ के आगे आए थे, एक बार दोबारा पुलिस ने फिर उनके ऊपर लाठीचार्ज कर दिया। अभी अभी की लेट खबर है। हम जहां भी पुलिस ऐसे कर रही है, जहां भी कोई ऐसी बात कर रही है कि क्योंकि किसान जो है शांतमय प्रोटेस्ट कर रहे हैं, किसी जगह भी ऐसा हमारे किसान है जो कोई वायलेंस की बात से बात नहीं कर रहे, पर फिर भी सरकारें उनको उकसा रही है जो जहां उसको भड़काकर ऐसा न कुछ किया जा सके। हम उन सभी की निंदा करते हैं। तो अभी आपका जो प्रश्नकाल है वो चलेगा। अपने साथी को ये कहूंगा भी वो कुछ विचार इसके आगे रखे। देखिए, मैं ओंकार सिंह अगौर, जनरल सेक्रेटरी भारतीय किसान यूनियन राजेवाल। आंदोलन का आज 37वां दिन है। जो सरकार है केंद्र सरकार, वो अपना बतीरा जो अड़ियल बतीरा हटकर जो हटधर्मी बना रही है, उसको ये छोड़ना चाहिए और इसका भी संज्ञान लेना चाहिए। और सरकार के मुंह पे मैं समझता हूँ कि चपेट है जो ऐसे हालात में किसान बैठे हैं, जहाँ ठंड में बैठे हैं, बुजुर्ग हैं और सुविधा भावी जो हमारे भाई है वो पूरी दे रहे हैं, लेकिन सरकार है उसको इसकी चिंता नहीं है। ये शर्म वाली बात है सरकार के लिए। मैं इतना ही कहूँ। मैं फरमान सिंह संधू, प्रधान भारती किसान यूनियन पंजाब। मैं संगरूर ਦੇ ਵਿੱਚ ਜਿਹੜਾ ਅੱਜ ਲਾਠੀਚਾਰਜ ਭਾਜਪਾਈਆਂ ਨੇ ਕਰਵਾਇਆ ਹੈ ਕਿਸਾਨਾਂ ਤੇ, ਉਹ ਬਹੁਤ ਮੰਦਭਾਗਾ। ਅਸੀਂ ਉਹਦੀ ਨਿੰਦਿਆ ਕਰਦੇ ਹਾਂ। ਤੇ ਜਿਹੜਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ, ਇਹਨੇ ਅਡਾਨੀ ਬਾਨੀ ਦੇ ਕਿਸੇ ਵੀ ਨੁਕਸਾਨ ਤੇ
2-3 ਵਾਰ ਇਹ ਬੋਲਿਆ ਹੈ ਕਿ ਸਾਡੇ 60 ਕਿਸਾਨ ਸ਼ਹੀਦ ਹੋ ਚੁੱਕੇ ਨੇ, ਜਿਨ੍ਹਾਂ ਤੇ ਇੱਕ ਵਾਰ ਵੀ ਪ੍ਰਧਾਨ ਮੰਤਰੀ ਨਹੀਂ ਬੋਲਿਆ। ਇਹ ਵੀ ਬਹੁਤ ਮੰਦਭਾਗੀ ਗੱਲ ਆ। For more updates, subscribe to our channel, click the show links and enjoy watching the videos.